ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 57 ਦੇਖਣ ਲੱਗੇ ਹਾਂ। ਅੱਜ ਅਸੀਂ ਆਪਣਾ ਪਾਰਟ 2 ਦੇਖਾਂਗੇ ਫਾਈਨੈਂਸ਼ੀਅਲ ਰੇਸ਼ੀਓਜ਼ ਦਾ। ਠੀਕ ਹੈ ਫਰੈਂਡਸ, ਆਪਣੀ ਲਿਕੁਇਡਿਟੀ ਰੇਸ਼ੀਓ ਹੋ ਚੁੱਕੀ ਹੈ। ਐਕਟੀਵਿਟੀ ਰੇਸ਼ੀਓਜ਼ ਆਪਣੀ 3 ਹੋ ਚੁੱਕੀਆਂ। ਅੱਗੋਂ ਐਕਟੀਵਿਟੀ ਰੇਸ਼ੀਓ ਕੁਝ ਹੈਗੀਆਂ ਹੋਰ, ਉਹਨੂੰ ਕੰਟੀਨਿਊ ਕਰਾਂਗੇ। ਠੀਕ ਹੈ, ਪਲੱਸ ਪ੍ਰੋਫਿਟੇਬਿਲਿਟੀ ਰੇਸ਼ੀਓਜ਼ ਦੇਖਾਂਗੇ। ਠੀਕ ਹੈ, ਪ੍ਰੋਫਿਟੇਬਿਲਿਟੀ ਰੇਸ਼ੀਓਜ਼ ਅੱਜ ਸਾਰੀਆਂ ਦੇਖ ਲਾਂਗੇ। ਠੀਕ ਹੈ, ਐਕਟੀਵਿਟੀ ਰੇਸ਼ੀਓ ਕੁਝ ਰਹਿ ਗਈਆਂ ਸੀ, ਉਹ ਅੱਜ ਆਪਾਂ ਦੇਖਾਂਗੇ। ठीक है, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੇ ਜਾ ਰਹੇ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.com ਤੋਂ ਜਾ ਕੇ ਖਰੀਦ ਸਕਦੇ ਹਨ। ਇਹ ਆਪਣੀ ਐਕਟੀਵਿਟੀ ਰੇਸ਼ੀਓਜ਼ ਕੰਟੀਨਿਊ ਚੱਲ ਰਹੀਆਂ। ਆਪਾਂ ਫਿਕਸਡ ਐਸੈਟ ਟਰਨਓਵਰ ਰੇਸ਼ੀਓ ਦੇਖ ਚੁੱਕੇ ਹਾਂ, ਕਰੰਟ ਐਸੈਟ ਟਰਨਓਵਰ ਰੇਸ਼ੀਓ ਦੇਖ ਚੁੱਕੇ ਹਾਂ, ਵਰਕਿੰਗ ਕੈਪੀਟਲ ਟਰਨਓਵਰ ਰੇਸ਼ੀਓ ਦੇਖ ਚੁੱਕੇ ਹਾਂ। ਹੁਣ ਆਪਾਂ ਸਟਾਕ ਟਰਨਓਵਰ ਰੇਸ਼ੀਓ ਦੇਖਾਂਗੇ। ਠੀਕ ਹੈ ਫਰੈਂਡਸ, ਹੁਣ ਜਿਹੜੀ ਆਪਾਂ ਪਿੱਛੇ ਦੇਖ ਕੇ ਆਏ ਹਾਂ, ਤੁਸੀਂ ਉੱਥੇ ਮੀਨਿੰਗ ਸਮਝਿਆ ਹੋਣਾ ਕਿ ਸਟਾਕ ਆਪਾਂ ਸੇਲ ਲੈਣੀ ਹੈ। ਠੀਕ ਹੈ, ਬਟ ਉਰੇ ਜਿਹੜੀ ਆਪਾਂ ਲਵਾਂਗੇ ਨਾ ਸਟਾਕ ਟਰਨਓਵਰ ਰੇਸ਼ੀਓ, ਉਹ ਆਪਾਂ ਕਿਵੇਂ ਲਵਾਂਗੇ, ਕਿਉਂਕਿ ਆਪਾਂ ਸਟਾਕ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਇੱਕ ਪਾਸੋਂ ਸਾਨੂੰ ਤਾਂ ਪਤਾ ਲੱਗਾ ਕਿ ਆਪਾਂ ਨੇ ਸਟਾਕ ਲੈਣਾ ਹੈ। ਠੀਕ ਹੈ, ਇਹ ਸਾਨੂੰ ਪਤਾ ਹੈ। ਠੀਕ ਹੈ, ਬਟ ਜਿਹੜੀ ਉੱਪਰ ਟਰਨਓਵਰ ਰੇਸ਼ੀਓ ਨਾ ਉਹ ਆਪਾਂ ਲਵਾਂਗੇ ਕੋਸਟ ਆਫ ਗੁੱਡ ਸੋਲਡ। ਕੋਸਟ ਆਫ ਗੁੱਡ ਸੋਲਡ ਕਿਉਂ ਲਵਾਂਗੇ? ਕਿਉਂਕਿ ਜਿਹੜਾ ਆਪਾਂ ਸਟਾਕ ਕੱਢ ਰਹੇ ਹਾਂ ਉਸਦੀ ਲਾਗਤ ਦੇ ਮੁਤਾਬਿਕ ਕੱਢ ਰਹੇ ਹਾਂ। ਉਸ ਵਿੱਚ ਆਪਾਂ ਸੈਲਿੰਗ ਦੇ ਸੇਲ ਦੇ ਵਿੱਚ ਕਿਹੜੇ ਕਿਹੜੇ ਖਰਚੇ ਆ ਜਾਂਦੇ ਆ, ਸੈਲਿੰਗ ਦੇ ਖਰਚੇ ਵੀ ਐਡ ਹੋ ਜਾਂਦੇ ਆ। ਆਪਣੇ ਸੈਲਿੰਗ ਦੇ ਖਰਚੇ ਦੇ ਬਿਹਾਫ 'ਤੇ ਨਹੀਂ ਦੇਖਣਾ, ਆਪਣੇ ਸਟਾਕ ਦੇ ਬਿਹਾਫ 'ਤੇ ਦੇਖਣਾ। ਸਟਾਕ ਦੇ ਬਿਹਾਫ 'ਤੇ ਸਾਡੀ ਲਾਗਤ ਕਿਵੇਂ ਪਤਾ ਲੱਗੇਗੀ ਕਿ ਜਿਹੜੇ 'ਚ ਉਹਦੇ ਸਿੱਧਾ ਡਾਇਰੈਕਟ ਖਰਚੇ ਆ ਰਹੇ ਆ। ਠੀਕ ਹੈ, ਜੇ ਤੁਹਾਨੂੰ ਮੈਂ ਦੱਸਿਆ ਸੀ ਨਾ ਕੋਸਟ ਆਫ ਗੁੱਡ ਸੋਲਡ ਕਿਵੇਂ ਨਿਕਲਦਾ, ਆਪਣੀ ਓਪਨਿੰਗ ਹੁੰਦੀ ਸੀ, ਪਰਚੇਸਿਸ ਹੁੰਦੀ ਸੀ, ਪਲੱਸ ਡਾਇਰੈਕਟ ਐਕਸਪੈਂਸਿਸ ਹੁੰਦੇ ਸੀ। ਠੀਕ ਹੈ, ਮਾਈਨਸ ਕਲੋਜ਼ਿੰਗ ਸਟਾਕ ਹੁੰਦੇ ਸੀ। ਇਸ ਤਰ੍ਹਾਂ ਨਿਕਲਦੀ ਸੀ ਆਪਣੀ। ਠੀਕ ਹੈ ਨਾ, ਆਪਣੀ ਕੋਸਟ ਆਫ ਗੁੱਡ ਸੋਲਡ ਇਸ ਤਰ੍ਹਾਂ ਹੀ ਨਿਕਲੇਗੀ ਨਾ। ਆਪਣੀ ਕਿੰਨੀ ਆਪਣੀ ਕੋਸਟ ਆਫ ਗੁੱਡ ਸੋਲਡ ਹੈ ਵੀ ਇੱਕ ਤਰ੍ਹਾਂ ਦੀ, ਇਹ ਵੀ ਸੇਲ ਹੀ ਹੈ। ਠੀਕ ਹੈ, ਬਟ ਇਹ ਮੇਰੀ ਕੋਸਟ ਦੀ ਲਾਗਤ ਵਾਲੀ ਸੇਲ ਹੈ। ਠੀਕ ਹੈ, ਕਿਉਂਕਿ ਜਿਹੜਾ ਕਲੋਜ਼ਿੰਗ ਸਟਾਕ ਬਚ ਗਿਆ ਉਸ ਨੂੰ ਜੇ ਮਾਈਨਸ ਕਰਦਾ ਤਾਂ ਮੇਰੀ ਇੰਨੀ ਲਾਗਤ ਬਣੀ। ਠੀਕ ਹੈ, ਮੇਰੇ ਸਟਾਕ ਦੀ ਇੰਨੀ ਲਾਗਤ ਬਣੀ, ਉਹ ਆਪਾਂ ਦੇਖਾਂਗੇ। ਤਾਂ ਆਪਾਂ ਉਹਦੇ ਸਟਾਕ ਲਈ ਕੋਸਟ ਆਫ ਗੁੱਡ ਸੋਲਡ ਲੈ ਰਹੇ ਹਾਂ। ਠੀਕ ਹੈ, ਮੈਨੇ ਇਹ 'ਚ ਇੰਡਾਇਰੈਕਟ ਐਕਸਪੈਂਸਿਸ ਨਹੀਂ ਦੇਖਣੇ, ਮੈਨੇ ਸੈਲਿੰਗ ਦੇ ਖਰਚੇ ਨਹੀਂ ਦੇਖਣੇ। ਠੀਕ ਹੈ ਫਰੈਂਡਸ, ਤਾਂ ਆਪਾਂ ਨੇ ਕੋਸਟ ਆਫ ਗੁੱਡ ਸੋਲਡ ਲੈ ਲਿਆ। ਅਪੋਨ ਐਵਰੇਜ ਸਟਾਕ ਕਿਉਂ ਲੈ ਰਹੇ ਹਾਂ? ਕਿਉਂਕਿ ਤੁਸੀਂ ਦੇਖਿਆ ਹੋਣਾ ਆਪਾਂ ਜੋ ਪਿੱਛੇ ਗੱਲ ਕਰਦੇ ਆ ਰਹੇ ਹਾਂ ਫਿਕਸਡ ਐਸੈਟ, ਠੀਕ ਹੈ, ਕਰੰਟ ਐਸੈਟ, ਮਗਰ ਉਰੇ ਆਪਾਂ ਐਵਰੇਜ ਸਟਾਕ ਇਸ ਕਰਕੇ ਲਿੱਤਾ। ਤੁਸੀਂ ਕਦੀ ਫਾਈਨੈਂਸ਼ੀਅਲ ਸਟੇਟਮੈਂਟ ਦੇਖੀ ਹੋਣੀ, ਅਸੀਂ ਸਟਾਕ ਦੇ 2 ਇਫੈਕਟ ਦਿਖਾਉਂਦੇ ਹੁੰਦੇ ਹਾਂ ਹਮੇਸ਼ਾ। ਤੁਸੀਂ ਦੇਖਣਾ ਟ੍ਰੇਡਿੰਗ ਅਕਾਊਂਟ ਵਿੱਚ ਵੀ ਪੈਂਦਾ। ਠੀਕ ਹੈ, ਓਪਨਿੰਗ ਅਤੇ ਕਲੋਜ਼ਿੰਗ 2 ਪੈਂਦੇ ਆ ਨਾ ਆਪਣੇ ਇਫੈਕਟ, ਆਪਾਂ 2 ਇਫੈਕਟ ਦਿਖਾ ਰਹੇ ਹਾਂ। ਠੀਕ ਹੈ, ਇੱਕ ਤਾਂ ਓਪਨਿੰਗ 'ਚ ਪੈ ਗਿਆ, ਇੱਕ ਮਾਈਨਸ ਜਿੰਨਾ ਬਚ ਗਿਆ ਉਹ ਮਾਈਨਸ ਹੋ ਜਾਂਦਾ ਸੀ, ਓਪਨਿੰਗ ਕਲੋਜ਼ਿੰਗ ਅਤੇ ਓਪਨਿੰਗ ਸਟਾਕ। ਠੀਕ ਹੈ, ਤਾਂ ਇਹਦਾ ਆਪਾਂ ਨੇ ਐਵਰੇਜ ਕਰਨਾ ਪਿਆ ਸਾਨੂੰ, ਕਿਉਂਕਿ ਸਾਡੇ ਕੋਲ 2 ਸਟਾਕ ਦੀ ਵੈਲਿਊ ਸੀ, ਸਾਨੂੰ ਚਾਹੀਦੀ ਇੱਕ, ਸਾਨੂੰ ਐਵਰੇਜ ਚਾਹੀਦੀ ਹੈ। ਠੀਕ ਹੈ, ਸਾਨੂੰ ਇੱਕ ਵੈਲਿਊ ਚਾਹੀਦੀ ਹੈ, ਮਗਰ ਆਪਾਂ ਐਵਰੇਜ ਕੱਢ ਕੇ ਉਸਦੀ ਇੱਕ ਵੈਲਿਊ ਕੱਢ ਪਾਵਾਂਗੇ। ਠੀਕ ਹੈ, ਤਾਂ ਕਰਕੇ ਉਰੇ ਆਪਾਂ ਐਵਰੇਜ ਸਟਾਕ ਦਾ ਓਪਨਿੰਗ ਪਲੱਸ ਕਲੋਜ਼ਿੰਗ ਅਪੋਨ 2 ਕੀਤਾ। ਠੀਕ ਹੈ, ਤਾਂ ਸਟਾਕ ਟਰਨਓਵਰ ਰੇਸ਼ੀਓ ਕੀ ਹੋ ਗਿਆ? ਕੋਸਟ ਆਫ ਗੁੱਡ ਸੋਲਡ ਅਪੋਨ ਐਵਰੇਜ ਸਟਾਕ। ਠੀਕ ਹੈ ਫਰੈਂਡਸ, ਕੋਸਟ ਆਫ ਗੁੱਡ ਸੋਲਡ ਅਪੋਨ ਐਵਰੇਜ ਸਟਾਕ। ਠੀਕ ਹੈ, ਉਰੇ ਜਿਹੜੀ ਆਪਾਂ ਟਰਨਓਵਰ ਰੇਸ਼ੀਓ ਰਹਿ ਰਹੇ ਹਾਂ ਉਹ ਆਪਾਂ ਇਸ ਬਿਹਾਫ 'ਤੇ ਰਹਿ ਰਹੇ ਹਾਂ, ਕੋਸਟ ਆਫ ਗੁੱਡ ਸੋਲਡ ਦੇ ਬਿਹਾਫ 'ਤੇ ਰਹਿ ਰਹੇ ਹਾਂ। ਤੁਸੀਂ ਕਦੇ ਵੀ ਦੇਖਣਾ ਕੋਸਟ ਆਫ ਗੁੱਡ ਸੋਲਡ, ਜੇ ਆਪਾਂ ਦੇਖੀਏ ਤੁਹਾਨੂੰ ਹੋਰ ਐਗਜ਼ਾਮਪਲ ਸਮਝਾ ਦਿੰਦਾ। ਓਪਨਿੰਗ 'ਚ ਆਪਾਂ 100 ਪੀਸਿਸ ਆਏ। ਠੀਕ ਹੈ, ਮੇਰੇ ਕੋਲ ਪਿਛਲੇ ਸਾਲ ਦੇ 100 ਪੀਸਿਸ ਪਏ ਸੀ। ਇਸ ਸਾਲ ਮੈਨੇ 1500 ਪੀਸਿਸ ਕੀ ਕੀਤੇ, ਮੈਨੇ ਪਰਚੇਜ਼ ਕੀਤੇ। ਟੋਟਲ ਕਿੰਨੇ ਹੋ ਗਏ? 1600 ਹੋ ਗਏ। ਠੀਕ ਹੈ, 1600 ਪੀਸਿਸ ਹੋ ਗਏ ਨਾ। ਇਹ ਤਾਂ ਹੈ ਨਹੀਂ ਉਹ ਗੋਦਾਮ 'ਚ ਪਏ ਰਹਿ ਗਏ। ਠੀਕ ਹੈ, ਐਂਡ 'ਚ ਆਪਾਂ ਦੇਖਿਆ ਕਿੰਨੇ ਬਚ ਗਏ, ਸਾਡੇ ਕੋਲ 400 ਪੀਸਿਸ ਬਚ ਗਏ। ਸੌਰੀ, ਸਾਡੇ ਕੋਲ 400 ਪੀਸਿਸ ਬਚ ਗਏ। ਜੇ 400 ਪੀਸਿਸ ਬਚ ਗਏ ਤਾਂ ਮਤਲਬ 1200 ਸੋਲਡ ਹੋਏ ਹੋਣੇ। ਠੀਕ ਹੈ ਨਾ, 1200 ਸੋਲਡ ਹੋਏ ਹੋਣੇ, ਤਾਂ ਹੀ 400 ਪੀਸਿਸ ਬਚ ਗਏ। ਠੀਕ ਹੈ, ਉਹੀ ਉਰੇ ਆਪਾਂ ਨੇ ਕੋਸਟ ਆਫ ਗੁੱਡ ਸੋਲਡ ਕੱਢ ਲਿਆ। ਠੀਕ ਹੈ ਨਾ ਫਰੈਂਡਸ, ਉਰੇ ਆਪਾਂ ਕੋਸਟ ਆਫ ਗੁੱਡ ਸੋਲਡ ਵੀ ਤਾਂ ਇਵੇਂ ਹੀ ਕੱਢਦੇ ਹਾਂ, ਓਪਨਿੰਗ ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ। ਉਹੀ ਉਰੇ ਤੁਹਾਨੂੰ ਮੈਂ ਕੱਢ ਕੇ ਦਿਖਾਤਾ ਕਿ ਇਹ ਸੇਲ ਵੈਲਿਊ ਵਾਲੀ ਹੋ ਜਾਏਗੀ। ਠੀਕ ਹੈ, ਜਿਹੜੀ ਨੋਰਮਲ ਜਿਹੜੀ ਟਰਨਓਵਰ ਵਾਲੀ ਸੇਲ ਹੈ ਨਾ, ਉਸ ਵਿੱਚ ਖਰਚੇ ਜਿਹੜੇ ਹੈ ਉਹ ਪ੍ਰੋਡਕਸ਼ਨ ਤੋਂ ਬਾਅਦ ਜਿਹੜਾ ਸਟੈਪ ਹੁੰਦਾ ਉਸ ਵਿੱਚ ਨਿਕਲਦੇ ਆ। ਮਗਰ ਜੇ ਮੈਂ ਸਟਾਕ ਦੇ ਬਿਹਾਫ 'ਤੇ ਦੇਖ ਰਿਹਾ, ਮੈਂ ਉਸਦੀ ਲਾਗਤ ਦੇਖ ਰਿਹਾ। ਠੀਕ ਹੈ, ਹਰੇਕ ਚੀਜ਼ ਦਾ ਇੱਕ ਕਾਰਨ ਹੈ। ਤਾਂ ਉਹਦੇ ਜਿਹੜੀ ਮੈਂ ਸਟਾਕ ਟਰਨਓਵਰ ਰੇਸ਼ੀਓ ਦੇਖ ਰਿਹਾ, ਜਿਹੜੀ ਟਰਨਓਵਰ ਹੋਏਗੀ ਉਹ ਮੇਰੀ ਕੋਸਟ ਆਫ ਗੁੱਡ ਸੋਲਡ ਦੀ ਹੀ ਹੋਏਗੀ। ਠੀਕ ਹੈ, ਸਾਰਾ ਮਾਲ ਤਾਂ ਗੋਦਾਮ 'ਚ ਪਿਆ ਨਹੀਂ ਹੋਏਗਾ, ਮੈਨੂੰ ਐਂਡ 'ਚ ਦੇਖਣਾ ਮੇਰਾ ਕਿੰਨਾ ਮਾਲ ਬਚ ਗਿਆ। ਜੇ ਮਾਲ ਜਿੰਨਾ ਬਚ ਗਿਆ ਅਤੇ ਜਿੰਨਾ ਪਹਿਲੇ ਮੈਨੇ ਰੱਖਿਆ ਸੀ ਬਣਾ ਕੇ, ਅਤੇ ਉਸ 'ਚੋਂ ਜਿੰਨਾ ਵੀ ਬਚ ਗਿਆ, ਉਹਦੇ 'ਚੋਂ 400 ਮਾਲ ਬਚ ਗਿਆ ਮੇਰੇ ਕੋਲ। ਠੀਕ ਹੈ, 400 ਬਚ ਗਿਆ ਤਾਂ ਇਸਦਾ ਮਤਲਬ ਮੇਰਾ 1200 ਸੋਲਡ ਹੋਇਆ ਹੋਣਾ। 1200 ਤਾਂ ਨਿਕਲ ਗਿਆ ਨਾ, ਅੱਗੇ ਅਗਲੇ ਸਟੈਪ ਲਈ ਤਾਂ ਨਿਕਲ ਗਿਆ। ਆਫਿਸ 'ਚ ਚਲਾ ਗਿਆ, ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਐਕਸਪੈਂਸਿਸ 'ਚ ਚਲਾ ਗਿਆ, ਸੈਲਿੰਗ ਐਂਡ ਡਿਸਟਰੀਬਿਊਸ਼ਨ ਐਕਸਪੈਂਸਿਸ 'ਚ ਚਲਾ ਗਿਆ, ਫਿਰ ਸੇਲ ਦੀ ਇੱਕ ਵੈਲਿਊ ਬਣੀ। ਠੀਕ ਹੈ, ਵੈਸੇ ਤਾਂ ਕੋਸਟ ਆਫ ਗੁੱਡ ਸੋਲਡ ਹੀ ਹੋਏਗਾ ਨਾ, ਕੋਸਟ ਦੀ ਲਾਗਤ ਹੀ ਬਣ ਗਈ ਹੈ ਟੋਟਲ, ਤਾਂ ਕਰਕੇ ਆਪਾਂ ਉਰੇ ਕੋਸਟ ਆਫ ਗੁੱਡ ਸੋਲਡ ਲਿੱਤਾ। ਸੋ ਉਰੇ ਸਟਾਕ ਆਫ ਟਰਨਓਵਰ ਰੇਸ਼ੀਓ ਦਾ ਕੀ ਹੋ ਜਾਏਗਾ? ਕੋਸਟ ਆਫ ਗੁੱਡ ਸੋਲਡ ਅਪੋਨ ਐਵਰੇਜ ਸਟਾਕ। ਠੀਕ ਹੈ ਫਰੈਂਡਸ,
ਹੁਣ ਆਪਾਂ ਅੱਗੇ ਪ੍ਰੋਫਿਟੇਬਿਲਟੀ ਰੇਸ਼ੀਓਜ਼ ਦੇਖਾਂਗੇ। ਠੀਕ ਹੈ ਫਰੈਂਡਸ, ਪ੍ਰੋਫਿਟੇਬਿਲਟੀ ਰੇਸ਼ੀਓਜ਼ ਦੇਖਾਂਗੇ। ਆਪਣੀ ਹੁਣ ਪ੍ਰੋਫਿਟੇਬਿਲਟੀ ਰੇਸ਼ੀਓ ਚੱਲਣਗੀਆਂ। ਨਹੀਂ, ਆਪਣੀ ਹਲੇ ਫਿਲਹਾਲ ਹਲੇ ਸਟਾਕ ਦੀਆਂ ਹੀ ਚੱਲ ਰਹੀਆਂ ਹਲੇ ਆਪਣੀ। ਇਹ ਅਗਲਾ ਪਾਰਟ ਆਏਗਾ, ਸੋਰੀ ਅਗਲਾ ਪਾਰਟ ਜਿਹੜਾ ਆਏਗਾ ਉਹਦੇ ਦੀ ਸਟਾਰਟ ਸਾਡੀਆਂ ਪ੍ਰੋਫਿਟੇਬਿਲਟੀ ਰੇਸ਼ੀਓਜ਼ ਦਾ। ਠੀਕ ਹੈ, ਜਿਹੜੀ ਪ੍ਰੋਫਿਟੇਬਿਲਟੀ ਹਲੇ ਆਪਣੀ ਐਕਟੀਵਿਟੀ ਰੇਸ਼ੀਓਜ਼ ਹੀ ਚੱਲ ਰਹੀਆਂ। ਠੀਕ ਹੈ, ਹੁਣ ਆਪਾਂ ਡੈਟ ਟਰਨਓਵਰ ਰੇਸ਼ੀਓ ਦੇਖ ਲੈਂਦੇ ਹਾਂ। ਆਪਣੀ ਜਿਹੜੀ ਹੁਣ ਆਪਾਂ ਉੱਪਰ ਦੇਖ ਚੁੱਕੇ ਹਾਂ, ਤਾਂ ਆਪਾਂ ਹੁਣ ਡੈਟ ਟਰਨਓਵਰ ਰੇਸ਼ੀਓ ਦੇਖਾਂਗੇ। ਠੀਕ ਹੈ, ਡੈਟ ਟਰਨਓਵਰ ਰੇਸ਼ੀਓ ਕੀ ਹੁੰਦੀ ਹੈ ਮੈਨੂੰ ਦੱਸੋ। ਡੈਟਸ ਕੀ ਹੁੰਦੇ ਮੇਰੇ, ਤੁਹਾਨੂੰ ਪਤਾ ਹੀ ਹੋਏਗਾ ਡੈਟਸ ਕੀ ਹੁੰਦੇ ਆਪਣੇ ਹੁੰਦਾ ਕਿ ਜਿਨ੍ਹਾਂ ਤੋਂ ਅਸੀਂ ਪੈਸੇ ਲੈਣੇ ਨੇ। ਠੀਕ ਹੈ, ਅਤੇ ਜੇ ਪੈਸੇ ਲੈਣੇ ਨੇ, ਇਸਦਾ ਮਤਲਬ ਅਸੀਂ ਕੋਈ ਕ੍ਰੈਡਿਟ ਸੇਲ ਕੀਤੀ ਹੋਣੀ ਤਾਂ ਅਸੀਂ ਪੈਸੇ ਲੈਣੇ ਆ ਨਾ। ਅਸੀਂ ਕ੍ਰੈਡਿਟ ਸੇਲ ਕੀਤੀ ਹੋਣੀ, ਅਸੀਂ ਪੈਸੇ ਲੈਣੇ ਆ। ਠੀਕ ਹੈ, ਆਪਾਂ ਲੌਜਿਕ ਲਾਉਣਾ। ਦੇਖੋ ਉਰੇ ਡੈਟ ਟਰਨ ਰੇਸ਼ੀਓ ਦੀ ਗੱਲ ਕੀਤੀ ਹੈ, ਤਾਂ ਆਪਣੇ ਡੈਟਸ ਦੇ ਟਰਨਓਵਰ ਰੇਸ਼ੀਓ ਉਰੇ ਜਿਹੜੀਆਂ ਰੇਸ਼ੀਓਸ ਆਉਣਗੀਆਂ ਨਾ, ਇਸ ਵਿੱਚ ਟਰਨਓਵਰ ਦਾ ਮੀਨਿੰਗ ਚੇਂਜ ਹੋ ਜਾਏਗਾ। ਠੀਕ ਹੈ, ਕਿਵੇਂ ਚੇਂਜ ਹੋ ਜਾਏਗਾ ਉਹ ਤੁਹਾਨੂੰ ਮੈਂ ਦੱਸਦਾ। ਪਹਿਲਾਂ ਤੁਸੀਂ ਇਹ ਸੋਚੋ ਕਿ ਆਪਾਂ ਡੈਟਸ ਟਰਨਓਵਰ ਰੇਸ਼ੀਓ ਦੀ ਗੱਲ ਕਰ ਰਹੇ ਹਾਂ। ਡੈਟਸ ਟਰਨ ਰੇਸ਼ੀਓ ਦਾ ਮਤਲਬ ਕੀ ਹੋਇਆ ਕਿ ਆਪਾਂ ਨੇ ਜਿਨ੍ਹਾਂ ਤੋਂ ਪੈਸੇ ਲੈਣੇ, ਇਸਦਾ ਮਤਲਬ ਜਦੋਂ ਮੈਂ ਉਹਨਾਂ ਨੂੰ ਮਾਲ ਵੇਚਿਆ ਹੋਏਗਾ ਤਾਂ ਮੈंने ਕ੍ਰੈਡਿਟ ਦੇ ਵੇਚਿਆ ਹੋਏਗਾ, ਉਧਾਰ 'ਤੇ ਵੇਚਿਆ ਹੋਏਗਾ। ਠੀਕ ਹੈ, ਤਾਂ ਉਰੇ ਕੀ ਆ ਜਾਏਗਾ, ਨੈਟ ਕ੍ਰੈਡਿਟ ਸੇਲ। ਠੀਕ ਹੈ, ਨੈਟ ਕ੍ਰੈਡਿਟ ਸੇਲ। ਠੀਕ ਹੈ ਫਰੈਂਡਸ, ਅਤੇ ਅਪੋਨ ਆਪਾਂ ਐਵਰੇਜ ਅਕਾਊਂਟ ਰਿਸੀਵੇਬਲ ਕਰਾਂਗੇ। ਐਵਰੇਜ ਅਕਾਊਂਟ ਰਿਸੀਵੇਬਲ ਕਿਉਂ ਕਰਾਂਗੇ, ਕਿਉਂਕਿ ਆਪਾਂ ਦੇਖ ਲੈਂਦੇ ਹਾਂ। ਕਿਉਂਕਿ ਤੁਸੀਂ ਕਦੇ ਵੀ ਦੇਖਣਾ ਜਿਹੜੇ ਸਾਡੇ ਡੈਟਰਸ ਹੋਣਗੇ ਨਾ, ਇੱਕ ਤਾਂ ਸਾਨੂੰ ਪਤਾ ਲੱਗ ਗਿਆ ਕਿ ਡੈਟਰਸ ਤਾਂ ਆਣੇ ਹੀ ਆਣੇ ਹੈ। ਠੀਕ ਹੈ, ਉਹ ਆਪਾਂ ਉਰੇ ਦੇਖ ਲਏ ਐਵਰੇਜ ਅਕਾਊਂਟ ਰਿਸੀਵੇਬਲ, ਇਹ ਮੇਰੇ ਡੈਟਰਸ ਹੀ ਹੋਏ ਨਾ, ਐਵਰੇਜ ਅਕਾਊਂਟ ਰਿਸੀਵੇਬਲ। ਉੱਪਰ ਕੀ ਆਣਾ ਸੀ, ਨੈਟ ਕ੍ਰੈਡਿਟ ਸੇਲ। ਨੈਟ ਕ੍ਰੈਡਿਟ ਸੇਲ ਕਿਉਂ, ਉਰੇ ਆਪਾਂ ਨੈਟ ਕਿਉਂ ਲਿਖਿਆ, ਉਰੇ ਆਪਾਂ ਨੈਟ ਕਿਉਂ ਲਿਖਿਆ ਦੱਸੋ। ਕਿਉਂਕਿ ਐਕਚੁਅਲ 'ਚ ਕਿੰਨੀ ਸੇਲ ਮੇਰੀ ਕ੍ਰੈਡਿਟ ਦੀ ਹੋਈ ਹੈ ਉਹ ਤੋਂ ਮੇਰੀ ਨੈਟ ਨਿਕਲੇਗੀ ਨਾ। ਕੈਸ਼ ਸੇਲ ਮੈਂ ਮਾਈਨਸ ਕਰ ਦਾਂਗਾ ਤਾਂ ਮੇਰੀ ਕ੍ਰੈਡਿਟ ਸੇਲ ਨਿਕਲ ਜਾਏਗੀ। ਠੀਕ ਹੈ, ਤਾਂ ਉਰੇ ਮੈਂ ਨੈਟ ਕ੍ਰੈਡਿਟ ਸੇਲ ਲਿੱਤਾ। ਤੁਸੀਂ ਡੈਟ ਟਰਨਓਵਰ ਰੇਸ਼ੀਓ ਸੋਚੋ ਅਤੇ ਲੌਜਿਕ ਲਾਓ ਕਿ ਮੈਨੇ ਕਿਸੇ ਤੋਂ ਪੈਸੇ ਲੈਣੇ ਨੇ। ਠੀਕ ਹੈ, ਇਸਦਾ ਮਤਲਬ ਮੈंने ਕ੍ਰੈਡਿਟ ਸੇਲ ਕੀਤੀ ਹੋਣੀ, ਤਾਂ ਆਪਣਾ ਉੱਪਰ ਰੇਸ਼ੀਓ ਆ ਗਈ ਨੈਟ ਕ੍ਰੈਡਿਟ ਸੇਲ। ਠੀਕ ਹੈ, ਲੌਜਿਕ ਲੱਗ ਗਿਆ ਨਾ, ਆਪਾਂ ਨੂੰ ਪਤਾ ਲੱਗ ਗਿਆ। ਅਤੇ ਅਪੋਨ ਕੀ ਆਏਗਾ ਕਿ ਮੇਰੇ ਕਿੰਨੇ ਡੈਟਰਸ ਨੇ। ਡੈਟਰਸ ਕਿਵੇਂ ਨਿਕਲਣਗੇ, ਐਵਰੇਜ ਅਕਾਊਂਟ ਰਿਸੀਵੇਬਲ। ਐਵਰੇਜ ਅਕਾਊਂਟ ਮੈਨੂੰ ਉਰੇ ਕਿਉਂ ਲੈ ਰਿਹਾ, ਇਸਦਾ ਵੀ ਰੀਜ਼ਨ ਹੈ ਆਪਣੇ ਕੋਲ। ਇਸਦਾ ਰੀਜ਼ਨ ਕੀ ਹੈ ਕਿ ਡੈਟਰਸ ਪਲੱਸ ਪੀ ਆਰ ਰਿਸੀਵੇਬਲ। ਠੀਕ ਹੈ, ਇੱਕ ਤਾਂ ਹੁੰਦੇ ਡੈਟਰਸ। ਡੈਟਰਸ ਹੁੰਦੇ ਹਾਂ ਵੀ ਤੂੰ ਮੈਨੂੰ ਪੇਮੈਂਟ ਦੇ ਦੇਗਾ, ਮੈਨੂੰ ਵਿਸ਼ਵਾਸ ਹੈ ਤੇਰਾ, ਤੂੰ ਮੈਨੂੰ ਪੇਮੈਂਟ ਦੇ ਦੇਗਾ। ਕਈ ਹੁੰਦੇ ਕਿ ਨਹੀਂ ਦਿੰਦੇ। ਠੀਕ ਹੈ, ਮੇਰੇ ਨਾਲ ਕੁਝ ਇੰਸੀਡੈਂਟਸ ਵਾਪਰੇ ਹੁੰਦੇ, ਕੋਈ ਨਹੀਂ ਦਿੰਦੇ, ਤਾਂ ਮੈਂ ਕੀ ਕਰਦਾ ਅਗਲੀ ਵਾਰ ਤੋਂ ਕਿ ਮੈਂ ਕੁਛ ਬਿੱਲ, ਕਈ ਗਾਹਕ ਹੋ ਸਕਦਾ, ਹਰੇਕ ਨਹੀਂ, ਕਈ ਗਾਹਕ ਹੋ ਸਕਦੇ ਆ। ਠੀਕ ਹੈ, ਉਹਨਾਂ ਲਈ ਮੈਂ ਕੀ ਕਰਦਾ, ਮੈਂ ਬਿੱਲ ਆਫ ਐਕਸਚੇਂਜ ਕ੍ਰੀਏਟ ਕਰ ਦਿੰਦਾ। ਠੀਕ ਹੈ, ਤਾਂ ਉਹ ਕੀ ਹੋ ਗਏ, ਬਿੱਲ ਰਿਸੀਵੇਬਲ ਹੋ ਗਏ, ਉਹ ਅਲੱਗ ਹੋ ਗਏ ਨਾ ਮੇਰੇ ਡੈਟਰਸ, ਅਲੱਗ-ਅਲੱਗ ਪਾਰਟ ਹੋ ਗਏ ਉਹ। ਠੀਕ ਹੈ, ਅਲੱਗ-ਅਲੱਗ ਪਾਰਟ ਹੋ ਗਏ। ਤਾਂ ਇਹਨਾਂ ਦੋਨਾਂ ਨੂੰ ਆਪਾਂ ਜੇ ਆਪਾਂ ਨੋਰਮਲ ਲਈਏ ਐਵਰੇਜ ਅਕਾਊਂਟ ਰਿਸੀਵੇਬਲ, ਤਾਂ ਨੋਰਮਲ ਇਵੇਂ ਨਿਕਲੇਗਾ ਡੈਟਰ ਪਲੱਸ ਬੀ ਆਰ ਰਿਸੀਵੇਬਲ। ਠੀਕ ਹੈ, ਜੇ ਇੱਕ ਹੈ, ਜੇ ਡੈਟਰਸ ਦੋ ਨੇ, ਬੀ ਆਰ ਰਿਸੀਵੇਬਲ ਵੀ ਦੋ ਨੇ, ਤਾਂ ਆਪਾਂ ਇਸ ਤਰ੍ਹਾਂ ਕੱਢਾਂਗੇ ਇਸਦਾ। ਠੀਕ ਹੈ, ਤੁਸੀਂ ਇਹ ਸੋਚ ਰਹੇ ਹੋਣੇ ਕਿ ਜੇ ਐਵਰੇਜ ਲੈ ਰਹੇ ਹਾਂ ਤਾਂ ਇਹਦਾ ਆਪਾਂ ਪੌਇੰਟ 2 ਕਿਉਂ ਨਹੀਂ ਕੀਤਾ, ਇਸਦਾ ਪੌਇੰਟ 2 ਨਹੀਂ ਹੋਏਗਾ ਇਸ ਵਿੱਚ। ਠੀਕ ਹੈ, ਜੇ ਕੋਈ ਇੱਕ ਪਰਸਨ ਦੀ ਗੱਲ ਹੋ ਰਹੀ ਹੈ। ਠੀਕ ਹੈ, ਡੈਟਰਸ ਪਲੱਸ ਬਿੱਲ ਰਿਸੀਵੇਬਲ। ਠੀਕ ਹੈ, ਮਗਰ ਜੇ ਦੋ ਡੈਟਰਸ ਨੇ, ਇੱਕ ਤੋਂ ਵੱਧ ਡੈਟਰਸ ਨੇ, ਠੀਕ ਹੈ, ਤਾਂ ਓਪਨਿੰਗ ਡੈਟਰ, ਠੀਕ ਹੈ, ਪਲੱਸ ਕਲੋਜ਼ਿੰਗ ਡੈਟਰ, ਠੀਕ ਹੈ, ਪਲੱਸ ਓਪਨਿੰਗ ਬੀ ਆਰ ਪਲੱਸ ਕਲੋਜ਼ਿੰਗ ਬੀ ਆਰ। ਠੀਕ ਹੈ, ਅਪੋਨ 2 ਕਰ ਦਾਂਗੇ। ਠੀਕ ਹੈ ਫਰੈਂਡਸ, ਇਵੇਂ ਕਰਾਂਗੇ ਨਾ ਆਪਾਂ, ਤਾਂ ਇਵੇਂ ਕਰਕੇ ਆਪਾਂ ਇਹਦੀ ਐਵਰੇਜ ਅਕਾਊਂਟ ਰਿਸੀਵੇਬਲ ਕੱਢ ਲਾਂਗੇ। ਠੀਕ ਹੈ, ਉਰੇ ਤੁਹਾਨੂੰ ਮੈਂ ਇਸ ਤਰ੍ਹਾਂ ਕਿਉਂ ਦੱਸ ਰਿਹਾ, ਇਸ ਲਈ ਦੱਸ ਰਿਹਾ ਕਿਉਂਕਿ ਜੇ ਤੁਹਾਨੂੰ ਕੁਐਸਚਨ ਪੁੱਛਣਗੇ, ਤੁਹਾਨੂੰ ਸਿੱਧਾ ਤੁਹਾਨੂੰ ਨੈਟ ਕ੍ਰੈਡਿਟ ਸੇਲ ਨਹੀਂ ਦਿੱਤੀ ਹੋਏਗੀ, ਤੁਹਾਨੂੰ ਕੈਸ਼ ਸੇਲ ਵੀ ਦਿੱਤੀ ਹੋਏਗੀ, ਕ੍ਰੈਡਿਟ ਸੇਲ, ਟੋਟਲ ਸੇਲ ਵੀ ਦਿੱਤੀ ਹੋਏਗੀ। ਟੋਟਲ ਸੇਲ 'ਚੋਂ ਜਦੋਂ ਆਪਾਂ ਕੈਸ਼ ਸੇਲ ਮਾਈਨਸ ਕਰ ਦਾਂਗੇ ਤਾਂ ਹੀ ਕ੍ਰੈਡਿਟ ਸੇਲ ਨਿਕਲੇਗੀ। ਉਹ ਤੁਹਾਨੂੰ ਇਸ ਤਰ੍ਹਾਂ ਦਿੱਤਾ ਹੋਏਗਾ। ਤੁਹਾਨੂੰ ਮੈਂ ਤਾਂ ਥੋੜ੍ਹਾ ਮੀਨਿੰਗ 'ਚ ਸਮਝਾ ਰਿਹਾ, ਡਿਟੇਲਿੰਗ 'ਚ ਸਮਝਾ ਰਿਹਾ, ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕਿ ਜਿਹੜੀ ਐਵਰੇਜ ਅਕਾਊਂਟ ਰਿਸੀਵੇਬਲ ਆ ਉਹ ਮੇਰੀ ਇਸ ਤਰ੍ਹਾਂ ਨਿਕਲਦੀ ਹੈ। ਠੀਕ ਹੈ, ਡੈਟਰਸ ਪਲੱਸ ਬੀ ਆਰ ਰਿਸੀਵੇਬਲ। ਠੀਕ ਹੈ, ਡੈਟਰਸ ਮੇਰੇ ਜਿਹੜੇ ਨੋਰਮਲ ਡੈਟਰਸ ਹੋ ਗਏ, ਅਤੇ ਬਿਲ ਰਿਸੀਵੇਬਲ ਜਿਨ੍ਹਾਂ ਤੋਂ ਮੈंने ਪੈਸੇ ਇੱਕ ਫਿਕਸਡ ਅਮਾਊਂਟ, ਇੱਕ ਫਿਕਸਡ ਟਾਈਮ 'ਤੇ ਲੈਣੇ ਹੀ ਲੈਣੇ, 3 ਮਹੀਨੇ ਬਾਅਦ ਪਲੱਸ 3 ਡੇਜ਼ ਗ੍ਰੇਸ ਤੋਂ ਬਾਅਦ ਲੈਣੇ ਹੀ ਲੈਣੇ ਹੈ। ਠੀਕ ਹੈ, ਜੇ ਇੱਕ ਤੋਂ ਵੱਧ ਨੇ ਤਾਂ ਮੈਂ ਇਵੇਂ ਨਿਕਾਲਾਂਗਾ, ਓਪਨਿੰਗ ਡੈਟਰ ਪਲੱਸ ਕਲੋਜ਼ਿੰਗ ਡੈਟਰ ਪਲੱਸ ਓਪਨਿੰਗ ਬੀ ਆਰ ਪਲੱਸ ਕਲੋਜ਼ਿੰਗ ਬੀ ਆਰ। ਠੀਕ ਹੈ, ਅਪੋਨ 2 ਕਰ ਦਾਂਗਾ। ਠੀਕ ਹੈ ਫਰੈਂਡਸ, ਠੀਕ ਹੈ ਫਰੈਂਡ, ਜੇ ਮੇਰਾ ਬੀ ਆਰ ਇੱਕ ਹੈ, ਡੈਟਰਸ ਦੋ ਨੇ, ਤਾਂ ਮੈਂ ਇਵੇਂ ਕੱਢ ਲਾਂਗਾ, ਓਪਨਿੰਗ ਬੀ ਆਰ ਪਲੱਸ ਕਲੋਜ਼ਿੰਗ ਬੀ ਆਰ ਡੈਟਰ, ਸੋਰੀ, ਪਲੱਸ ਬੀ ਆਰ ਇੱਕ ਹੈ, ਤਾਂ ਅਪੋਨ ਇਹਨੂੰ ਇਹਦਾ ਐਵਰੇਜ ਕੱਢਾਂਗਾ, ਇਹਨੂੰ ਸਿੰਪਲ ਐਵੇਂ ਲੈ ਲਾਂਗਾ। ਠੀਕ ਹੈ ਫਰੈਂਡਸ, ਸੋ ਆਪਾਂ ਨੂੰ ਇਹ ਪਤਾ ਲੱਗ ਗਿਆ ਡੈਟਰ ਟਰਨ ਰੇਸ਼ੋ ਕੀ ਹੁੰਦੀ ਹੈ। ਯਾਦ ਆਉਣਾ ਚਾਹੀਦਾ ਕਿ ਡੈਟਰ ਮਤਲਬ ਕ੍ਰੈਡਿਟ ਸੇਲ ਅਪੋਨ ਐਵਰੇਜ ਰਿਸੀਵੇਬਲ ਅਕਾਊਂਟ ਰਿਸੀਵੇਬਲ। ਠੀਕ ਹੈ, ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਕ੍ਰੈਡਿਟ ਟਰਨਓਵਰ ਰੇਸ਼ੋ। ਕ੍ਰੈਡਿਟ ਟਰਨਓਵਰ ਰੇਸ਼ੋ ਆਪਾਂ ਉਰੇ ਦੇਖ ਲੈਂਦੇ ਹਾਂ। ਠੀਕ ਹੈ, ਉੱਪਰਲਾ ਤਾਂ ਬਸ ਸੇਮ ਹੀ ਹੈ, ਅਕਾਊਂਟ ਰਿਸੀਵੇਬਲ ਦੇਖਾਂਗੇ ਆਪਾਂ। ਕ੍ਰੈਡਿਟ ਟਰਨਓਵਰ ਰੇਸ਼ੋ ਨੈਟ, ਹੁਣ ਕ੍ਰੈਡਿਟਰ ਯਾਨੀ ਕਿ ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਨੇ, ਜਿਨ੍ਹਾਂ ਨੂੰ ਅਸੀਂ ਪੈਸੇ ਦੇਣੇ ਨੇ, ਤਾਂ ਮਤਲਬ ਮੈंने ਕੋਈ ਕ੍ਰੈਡਿਟ 'ਤੇ ਮਾਲ ਖਰੀਦਿਆ ਹੋਣਾ,
ਟੋਟਲ ਪਰਚੇਸਿਸ ਚੋਂ ਮੈਂ ਕੈਸ਼ ਪਰਚੇਸਿਸ ਮਾਈਨਸ ਕਰ ਦੇਵਾਂ, ਠੀਕ ਹੈ, ਟੋਟਲ ਪਰਚੇਸਿਸ ਚੋਂ ਮੈਂ ਕੈਸ਼ ਪਰਚੇਸਿਸ ਮਾਈਨਸ ਕਰ ਦੇਵਾਂ, ਠੀਕ ਹੈ, ਤਾਂ ਮੇਰੀ ਕੀ ਆ ਜਾਏਗੀ, ਕ੍ਰੈਡਿਟ ਪਰਚੇਸਿਸ ਆ ਜਾਣਗੇ। ਉਹੀ ਉਰੇ ਗੱਲ ਕਰ ਰਿਹਾ ਬਸ ਉਰੇ, ਠੀਕ ਹੈ। ਤੁਸੀਂ ਬਸ ਉਰੇ ਲੌਜਿਕ ਦੇਖਣਾ, ਕ੍ਰੈਡਿਟ ਟਰਨਓਵਰ ਰੇਸ਼ੋ, ਠੀਕ ਹੈ, ਕ੍ਰੈਡਿਟ ਟਰਨਓਵਰ ਰੇਸ਼ੋ ਨੈਟ ਕ੍ਰੈਡਿਟ ਪਰਚੇਸਿਸ ਅਪੋਨ ਅਕਾਊਂਟ ਪੇਏਬਲ। ਉਹ ਅਕਾਊਂਟ ਰਿਸੀਵੇਬਲ ਸੀ, ਇਹ ਉਰੇ ਐਵਰੇਜ ਅਕਾਊਂਟ ਪੇਏਬਲ। ਇਸ ਦਾ ਵੀ ਸੇਮ ਚੀਜ਼ ਹੈ, ਠੀਕ ਹੈ। ਕ੍ਰੈਡਿਟਰ ਪਲੱਸ ਬਿਲਸ ਪੇਏਬਲ ਕੀ ਹੈ, ਮੇਰੀ ਲਾਇਬਿਲਿਟੀ ਹੈ, ਕਰੰਟ ਲਾਇਬਿਲਿਟੀ ਹੈ, ਠੀਕ ਹੈ, ਅਤੇ ਕ੍ਰੈਡਿਟਰ ਵੀ ਮੇਰੀ ਲਾਇਬਿਲਿਟੀ ਹੈ, ਠੀਕ ਹੈ। ਮੈਂ ਤੁਹਾਨੂੰ ਦੱਸ ਚੁੱਕਾ ਹਾਂ ਆਪਾਂ ਅਲੱਗ ਅਲੱਗ ਕਿਉਂ ਲੈ ਰਹੇ ਹਾਂ, ਠੀਕ ਹੈ। ਸੇਮ ਹੀ ਉਸਦਾ ਸੇਮ ਹੀ ਸਿਚੁਏਸ਼ਨ ਹੈ ਕਿ ਬਿਲਸ ਪੇਏਬਲ ਕਿਉਂ ਲੈ ਰਹੇ ਹਾਂ ਆਪਾਂ ਉਰੇ, ਠੀਕ ਹੈ। ਜੇ ਇੱਕ ਤੋਂ ਵੱਧ ਨੇ ਤਾਂ ਓਪਨਿੰਗ ਹੋ ਜਾਏਗਾ, ਠੀਕ ਹੈ। ਇਹ ਵੀ ਸੇਮ ਸਿਚੁਏਸ਼ਨ ਹੋ ਜਾਏਗੀ, ਬਸ ਉਰੇ ਕ੍ਰੈਡਿਟਰ ਹੋ ਜਾਏਗਾ ਅਤੇ ਉਰੇ ਵੀ ਕਲੋਜ਼ਿੰਗ ਕ੍ਰੈਡਿਟਰ ਹੋ ਜਾਏਗਾ, ਅਤੇ ਓਪਨਿੰਗ ਬਿਲ ਪੇਏਬਲ ਹੋ ਜਾਏਗਾ ਪਲੱਸ ਕਲੋਜ਼ਿੰਗ ਬਿਲ ਪੇਏਬਲ ਹੋ ਜਾਏਗਾ, ਅਪੋਨ 2 ਹੋ ਜਾਏਗਾ, ਠੀਕ ਹੈ ਫਰੈਂਡਸ। ਸੋ ਆਪਾਂ ਨੂੰ ਇਹ ਪਤਾ ਲੱਗ ਗਿਆ ਕ੍ਰੈਡਿਟ ਟਰਨ ਰੇਸ਼ੋ ਕਿਵੇਂ ਨਿਕਲਦੀ ਹੈ, ਨੈਟ ਕ੍ਰੈਡਿਟ ਪਰਚੇਸਿਸ ਅਪੋਨ ਐਵਰੇਜ ਅਕਾਊਂਟ ਪੇਏਬਲ ਕਿਹੜੇ ਹੋ ਗਏ ਜਿਨ੍ਹਾਂ ਨੂੰ ਅਸੀਂ ਪੇ ਕਰਨਾ, ਠੀਕ ਹੈ। ਉਸ ਤੋਂ ਬਾਅਦ ਹੁਣ ਆਇਓ ਪ੍ਰੋਫਿਟੇਬਿਲਿਟੀ ਰੇਸ਼ੋ। ਹੁਣ ਆਪਾਂ ਪ੍ਰੋਫਿਟ ਦੀ ਗੱਲ ਕਰਾਂਗੇ, ਪ੍ਰੋਫਿਟੇਬਿਲਿਟੀ ਦੇ ਰੇਸ਼ੋਸ ਕੱਢਾਂਗੇ ਆਪਾਂ। ਹੁਣ ਗਰੋਸ ਪ੍ਰੋਫਿਟ ਰੇਸ਼ੋ ਕੱਢਣੀ ਆਪਾਂ ਨੇ, ਠੀਕ ਹੈ। ਤੁਹਾਨੂੰ ਪਤਾ ਜੇ ਮੈਂ ਗਰੋਸ ਪ੍ਰੋਫਿਟ ਰੇਸ਼ੋ ਦੀ ਗੱਲ ਕਰ ਰਿਹਾ ਤਾਂ ਮੇਰੀ ਰੇਸ਼ੋ ਜਿਹੜੀ ਗਰੋਸ ਪ੍ਰੋਫਿਟ ਹੈ ਕਿਸ ਬਿਹਾਵ 'ਤੇ ਨਿਕਲਦੀ ਹੈ। ਸੋਚੋ ਜ਼ਰਾ ਕਿ ਜੇ ਆਪਾਂ ਗਰੋਸ ਪ੍ਰੋਫਿਟ ਦੀ ਗੱਲ ਕਰ ਰਹੇ ਹਾਂ ਤਾਂ ਉਹ ਕਿਸ ਬਿਹਾਵ 'ਤੇ ਨਿਕਲੇਗੀ। ਮੇਰੀ ਹਮੇਸ਼ਾ ਉਹ ਕਿਸ ਬਿਹਾਵ 'ਤੇ ਨਿਕਲਦੀ, ਸੇਲ ਦੇ ਉੱਪਰ ਨਿਕਲਦੀ ਹੈ। ਤੁਸੀਂ ਕਦੀ ਵੀ ਦੇਖਣਾ ਜੇ ਮੇਰੀ ਸੇਲ ਹੋਏਗੀ ਮੈਂ ਉਸ 'ਚੋਂ ਹੀ ਗਰੋਸ ਪ੍ਰੋਫਿਟ ਹੋਏਗੀ ਨਾ, ਠੀਕ ਹੈ ਨਾ। ਸੇਲ 'ਚੋਂ ਮੈਂ ਕੋਸਟ ਆਫ ਗੁੱਡਸ ਸੋਲਡ ਮਾਈਨਸ ਕਰਦਾ ਤਾਂ ਮੇਰੇ ਗਰੋਸ ਪ੍ਰੋਫਿਟ ਨਿਕਲ ਜਾਏਗੀ, ਠੀਕ ਹੈ। ਤਾਂ ਮੈਂ ਉਰੇ ਗਰੋਸ ਪ੍ਰੋਫਿਟ ਅਪੋਨ ਨੈਟ ਸੇਲ ਕਰਾਂਗਾ। ਨੈਟ ਸੇਲ ਕਿਉਂ ਕਰਾਂਗਾ ਉਰੇ ਮੈਂ, ਦੱਸੋ ਉਰੇ ਨੈਟ ਸੇਲ ਕਿਉਂ ਆਏਗੀ, ਕਿਉਂਕਿ ਮੈਂ ਜਿਹੜੀ ਟੋਟਲ ਸੇਲ ਹੋਈ ਹੈ ਉਸ ਵਿੱਚੋਂ ਮੈਂ ਸੇਲ ਰਿਟਰਨ ਮਾਈਨਸ ਕਰ ਦਾਂਗਾ। ਕੁਛ ਰਿਟਰਨ ਵੀ ਤਾਂ ਹੋ ਜਾਂਦਾ, ਉਹਨੂੰ ਮੈਂ ਮਾਈਨਸ ਕਰਕੇ ਤਾਂ ਮੇਰੀ ਨੈਟ ਸੇਲ ਆਏਗੀ। ਤੁਹਾਨੂੰ ਹਮੇਸ਼ਾ ਯਾਦ ਰੱਖਣਾ ਜਿਹੜੀ ਗਰੋਸ ਪ੍ਰੋਫਿਟ ਹੈ ਉਹ ਮੇਰੀ ਸੇਲ, ਜਦੋਂ ਮੇਰੇ ਕੋਲ ਸੇਲ ਹੱਥ 'ਚ ਆਉਂਦੀ ਹੈ ਉਹੀ ਤਾਂ ਉਸ 'ਚੋਂ ਹੀ ਤਾਂ ਮੈਂ ਗਰੋਸ ਪ੍ਰੋਫਿਟ ਕੱਢਦਾ, ਕਿਉਂਕਿ ਜਦੋਂ ਮੈਨੂੰ ਕੋਸਟ ਆਫ ਗੁੱਡਸ ਸੋਲਡ ਦੀ ਲਾਗਤ ਪਤਾ ਹੈ ਤਾਂ ਮੇਰੇ ਕੋਲ ਜਿਹੜੀ ਸੇਲ ਇਕੱਠੀ ਹੋਈ ਹੈ, ਐਕਚੁਅਲ 'ਚ ਜਿਹੜੀ ਹੈਪਨਿੰਗ ਹੋਈ ਹੈ, ਜਦੋਂ ਮੇਰੇ ਕੋਲ ਪੈਸੇ ਆਏ ਹੈ, ਠੀਕ ਹੈ, ਮੇਰੀ ਇਕੱਠੀ ਸੇਲ ਆਈ ਹੈ, ਉਸ 'ਚੋਂ ਮੈਂ ਲਾਗਤ ਵਾਲੇ ਪੈਸੇ ਅਲੱਗ ਰੱਖ ਦਾਂਗਾ, ਬਾਕੀ ਜਿਹੜੀ ਅਮਾਊਂਟ ਹੋਏਗੀ ਮੇਰੀ ਗਰੋਸ ਪ੍ਰੋਫਿਟ ਹੋਏਗੀ, ਠੀਕ ਹੈ। ਤਾਂ ਗਰੋਸ ਪ੍ਰੋਫਿਟ ਅਪੋਨ ਨੈਟ ਸੇਲ, ਠੀਕ ਹੈ, ਨੈਟ ਸੇਲ। ਇਸੇ ਤਰ੍ਹਾਂ ਨੈਟ ਪ੍ਰੋਫਿਟ ਰੇਸ਼ੋ ਕਿਵੇਂ ਨਿਕਾਲਾਂਗੇ ਆਪਾਂ, ਸਿੰਪਲ ਨੈਟ ਪ੍ਰੋਫਿਟ ਅਪੋਨ ਨੈਟ ਸੇਲ, ਠੀਕ ਹੈ ਫਰੈਂਡਸ। ਤਾਂ ਓਪਰੇਟਿੰਗ ਪ੍ਰੋਫਿਟ ਰੇਸ਼ੋ ਕਿਵੇਂ ਨਿਕਲੇਗਾ, ਓਪਰੇਟਿੰਗ ਪ੍ਰੋਫਿਟ ਸਿੰਪਲ ਅਪੋਨ ਨੈਟ ਸੇਲ ਇਨਟੂ 100, ਠੀਕ ਹੈ। ਇਹ ਸਾਰੇ ਜਿੰਨੇ ਵੀ ਮੇਰੇ ਪ੍ਰੋਫਿਟ ਆ ਉਹ ਮੇਰੇ ਸੇਲ ਦੇ ਬਿਹਾਵ 'ਤੇ ਨਿਕਲਦੀ ਹੈ। ਇਹ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖਿਓ, ਇਹ ਹਮੇਸ਼ਾ ਯਾਦ ਰੱਖਣਾ ਕਿ ਜਿਹੜਾ ਪ੍ਰੋਫਿਟ ਹੈ ਕੋਈ ਵੀ ਉਹ ਮੇਰੇ ਸੇਲ ਦੇ ਬਿਹਾਵ 'ਤੇ ਹੀ ਨਿਕਲਦਾ, ਤਾਂ ਨੈਟ ਸੇਲ ਤਾਂ ਹਮੇਸ਼ਾ ਹੀ ਰਹੇਗਾ। ਬਸ ਉੱਪਰਲੀ ਜਿਹੜੀ ਸਟੇਟਮੈਂਟ ਹੈ, ਉੱਪਰਲੀ ਜਿਹੜੀ ਆਪਣੀ ਚੀਜ਼ ਆਣੀ ਹੈ ਉਹ ਗਰੋਸ ਪ੍ਰੋਫਿਟ ਆ ਜਾਏਗਾ, ਗਰੋਸ ਪ੍ਰੋਫਿਟ ਦੇ ਵਕਤ ਨੈਟ ਪ੍ਰੋਫਿਟ ਦੇ ਵਕਤ ਨੈਟ ਪ੍ਰੋਫਿਟ ਆ ਜਾਏਗਾ, ਓਪਰੇਟਿੰਗ ਪ੍ਰੋਫਿਟ ਦੇ ਵਕਤ ਓਪਰੇਟਿੰਗ ਪ੍ਰੋਫਿਟ ਆ ਜਾਏਗਾ, ਓਪਰੇਟਿੰਗ ਐਕਸਪੈਂਸਿਸ ਦੇ ਵਕਤ ਟੋਟਲ ਓਪਰੇਟਿੰਗ ਐਕਸਪੈਂਸਿਸ ਆ ਜਾਣਗੇ, ਠੀਕ ਹੈ ਫਰੈਂਡਸ। ਸੋ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ। ਹੁਣ ਆਪਾਂ ਉਰੇ 100 ਕਿਉਂ ਲਾ ਰਹੇ ਹਾਂ, ਇਹ ਆਪਾਂ ਉਰੇ 100 ਕਿਉਂ ਲਾ ਰਹੇ ਹਾਂ, ਇਸ ਦੇ ਪਿੱਛੇ ਵੀ ਇੱਕ ਲੌਜਿਕ ਹੈ, ਠੀਕ ਹੈ। ਤੁਸੀਂ ਕਦੇ ਵੀ ਦੇਖਣਾ, ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਗਰੋਸ ਪ੍ਰੋਫਿਟ, ਮੈंने ਐਗਜ਼ਾਮਪਲ ਵੀ ਦਿੱਤੀ ਹੈ, ਗਰੋਸ ਪ੍ਰੋਫਿਟ ਮੇਰੇ, ਠੀਕ ਹੈ, 2 ਲੱਖ ਹੈ ਟੋਟਲ, 10 ਲੱਖ ਚੋਂ 10 ਲੱਖ ਦੀ ਸੇਲ ਹੋਈ ਹੈ, ਠੀਕ ਹੈ, ਅਤੇ 2 ਲੱਖ ਮੇਰੇ ਗਰੋਸ ਪ੍ਰੋਫਿਟ ਹੈ। ਜੇ ਇਹਨੂੰ ਮੈਂ ਨੋਰਮਲ ਐਵੇਂ ਕੱਢਾਂ ਤਾਂ 0.2 ਆਉਂਦਾ, ਠੀਕ ਹੈ, 0.2 ਆਉਂਦੀ ਹੈ ਮੇਰੀ ਰੇਸ਼ੋ, 0.2 ਆਉਂਦੀ ਹੈ ਰੇਸ਼ੋ, ਯਾਨੀ ਕਿ ਮੇਰੀ ਗਰੋਸ ਪ੍ਰੋਫਿਟ ਦੀ ਰੇਸ਼ੋ ਸੇਲ ਦੇ ਬਿਹਾਵ 'ਤੇ ਕਿੰਨੀ ਹੈ, 0.2 ਹੈ, ਠੀਕ ਹੈ। ਇਹ ਤੁਹਾਨੂੰ ਸਮਝ ਆਏਗਾ ਇਸ ਤਰ੍ਹਾਂ ਕਿ 0.2 ਕੀ ਹੈ, ਠੀਕ ਹੈ। ਆਪਾਂ ਨੂੰ ਹਮੇਸ਼ਾ ਜਿਹੜੀ ਚੀਜ਼ ਹੈ ਹਮੇਸ਼ਾ ਪਰਸੈਂਟੇਜ 'ਚ ਸਮਝ ਆਉਂਦੀ ਹੈ, ਠੀਕ ਹੈ ਨਾ। ਹਮੇਸ਼ਾ ਚੀਜ਼ ਜਿਹੜੀ ਹੈ ਸਾਨੂੰ ਪਰਸੈਂਟੇਜ 'ਚ ਸਮਝ ਆਉਂਦੀ, ਤੁਹਾਨੂੰ 0.2 0.3 0.4 ਇਹ ਤੁਹਾਨੂੰ ਕਦੀ ਸਮਝ ਆਏਗਾ ਇਸ ਤਰ੍ਹਾਂ ਕਿ ਗਰੋਸ ਪ੍ਰੋਫਿਟ ਰੇਸ਼ੋ ਕੀ ਹੈ, ਠੀਕ ਹੈ। ਤੁਹਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਿਆ, ਤੁਹਾਨੂੰ ਹਮੇਸ਼ਾ ਪਰਸੈਂਟੇਜ 'ਚ ਹੀ ਤੁਹਾਨੂੰ ਉਹਦੀ ਅੰਡਰਸਟੈਂਡਿੰਗ ਹੋਏਗੀ, ਤਾਂ ਕਰਕੇ ਅਸੀਂ ਉਰੇ 100 ਲਾਉਂਦੇ ਹਾਂ, ਠੀਕ ਹੈ। ਤਾਂ ਆਪਾਂ ਜਦੋਂ ਉਰੇ 100 ਲਾਤਾ, ਉਰੇ ਆਪਾਂ 100 ਲਾਤਾ ਤਾਂ ਕਿੰਨਾ ਹੋ ਗਿਆ, 20% ਹੋ ਗਿਆ, ਠੀਕ ਹੈ ਨਾ। ਹੁਣ ਤੁਹਾਨੂੰ ਸਮਝ ਆ ਗਿਆ ਕਿ ਮੇਰੀ ਗਰੋਸ ਪ੍ਰੋਫਿਟ ਰੇਸ਼ੋ 20% ਹੈ, ਠੀਕ ਹੈ। ਇਸੇ ਤਰ੍ਹਾਂ ਇਸ ਕਰਕੇ ਆਪਾਂ ਉਰੇ 100 ਲਗਾਉਂਦੇ ਹਾਂ, ਆਪਣੀ ਅੰਡਰਸਟੈਂਡਿੰਗ ਲਈ ਲਗਾਉਂਦੇ ਹਾਂ, ਠੀਕ ਹੈ, ਤਾਂ ਕਿ ਸਾਨੂੰ ਸਮਝ ਆ ਜਾਏ। ਨਹੀਂ ਤਾਂ ਹੈ ਤਾਂ ਚੀਜ਼ ਸੇਮ ਹੀ ਹੈ, 0.2 20%, ਠੀਕ ਹੈ। ਗਰੋਸ ਪ੍ਰੋਫਿਟ ਤੁਹਾਨੂੰ ਮੈਂ ਦੱਸ ਚੁੱਕਾ, ਸੇਲ ਮਾਈਨਸ ਕੋਸਟ ਆਫ ਗੁੱਡਸ ਸੋਲਡ, ਠੀਕ ਹੈ। ਕਦੀ ਤੁਹਾਨੂੰ ਗਰੋਸ ਪ੍ਰੋਫਿਟ ਜੇ ਨਾ ਦਿੱਤਾ ਹੋਵੇ, ਤੁਹਾਡੇ ਕੋਲ ਸੇਲ ਹੋਵੇ ਅਤੇ ਕੋਸਟ ਆਫ ਗੁੱਡਸ ਸੋਲਡ ਹੋਵੇ, ਸੇਲ 'ਚ ਕੋਸਟ ਆਫ ਗੁੱਡਸ ਸੋਲਡ ਮਾਈਨਸ ਕਰੋਗੇ ਗਰੋਸ ਪ੍ਰੋਫਿਟ ਆ ਜਾਏਗਾ। ਨੈਟ ਪ੍ਰੋਫਿਟ ਨਾ ਦਿੱਤਾ ਹੋਵੇ ਤਾਂ ਇਵੇਂ ਕੱਢ ਲਾਂਗੇ ਆਪਾਂ, ਗਰੋਸ ਪ੍ਰੋਫਿਟ ਮਾਈਨਸ ਇੰਡਾਇਰੈਕਟ ਐਕਸਪੈਂਸਿਸ ਮਾਈਨਸ ਇਨਕਮ ਟੈਕਸ, ਠੀਕ ਹੈ, ਤਾਂ ਮੇਰਾ ਨੈਟ ਪ੍ਰੋਫਿਟ ਨਿਕਲ ਆਉਂਦਾ। ਸੋ ਇਹ ਆਪਣੀਆਂ ਪ੍ਰੋਫਿਟੇਬਿਲਿਟੀ ਦੀ ਰੇਸ਼ੋ ਸੀ, ਅਤੇ ਹੋਰ ਕਿਹੜੀਆਂ ਰੇਸ਼ੋ ਸੀ, ਆਪਣੀਆਂ ਐਕਟੀਵਿਟੀਜ਼ ਦੀ ਰੇਸ਼ੋ ਸੀ। ਜਿਹੜੀਆਂ ਉੱਪਰਲੀਆਂ ਪਾਰਟ ਸੀ ਸਾਡਾ, ਇਹ ਸਾਰਾ ਐਕਟੀਵਿਟੀ ਰੇਸ਼ੋ ਦਾ ਪਾਰਟ ਹੈ, ਠੀਕ ਹੈ। ਇਹ ਅਤੇ ਜਿਹੜੇ ਆਪਣੀ ਥੱਲੜਾ ਪਾਰਟ ਹੈ
ਥੱਲੜਾ ਬਾਅਦ ਜਿਹੜਾ ਹੈ ਆਪਣਾ ਆ ਰਿਹਾ, ਇਹ ਜਿਹੜਾ ਹੈ ਪ੍ਰੋਫਿਟੇਬਿਲਿਟੀ ਦਾ, ਠੀਕ ਹੈ। ਪ੍ਰੋਫਿਟੇਬਿਲਿਟੀ ਦੇ ਆਪਾਂ ਨੇ ਰੇਸ਼ੀਓਸ ਕੱਢਣੀ ਹੈ, ਠੀਕ ਹੈ ਫਰੈਂਡਸ। ਇਸ ਤੋਂ ਬਾਅਦ ਇੱਕ ਹੋਰ ਪਾਰਟ ਆਏਗਾ, ਉਹ ਆਪਣਾ ਫਾਈਨਲ ਪਾਰਟ ਹੋਏਗਾ, ਉਸ ਵਿੱਚ ਮੇਰੀ ਸਾਰੀ ਰੇਸ਼ੀਓਸ ਕੰਪਲੀਟ ਹੋ ਜਾਣਗੀਆਂ, ਠੀਕ ਹੈ। ਆਪਾਂ ਇਹ ਲੌਜਿਕ ਹਮੇਸ਼ਾ ਯਾਦ ਰੱਖਣਾ ਹੈ, ਠੀਕ ਹੈ। ਜੇ ਤੁਹਾਨੂੰ ਨਾ ਕੁਝ ਸਮਝ ਆਵੇ ਤੁਸੀਂ ਦੁਬਾਰਾ ਲੈਕਚਰ ਦੇਖ ਸਕਦੇ ਹੋ, ਰਿਪੀਟ ਦੇਖੋ। ਜੇ ਤਾਂ ਵੀ ਨਾ ਸਮਝ ਆਵੇ ਤਾਂ ਕਮੈਂਟ ਸੈਕਸ਼ਨ 'ਚ ਪੁੱਛੋ, ਮੈਂ ਰਿਪਲਾਈ ਕਰ ਦਾਂਗਾ, ਠੀਕ ਹੈ। ਠੀਕ ਹੈ ਫਰੈਂਡਸ, ਓਕੇ, ਥੈਂਕ ਯੂ।